सत श्री अकाल श्रोतागणों, अज असी रेडियो चितकारा FM 107.08 तो एक वारी फेर अपने कार्यक्रम तंदुरुस्ती दे राज लैके हाजिर हन। अज दा साडा कार्यक्रम एंटीबायोटिक अवेयरनेस वीक प्रिवेंट इट प्रोजेक्ट दे तहत मना रहे हन। इस दे विच एक प्रमुख विषय खान पान, जिस विच दुध दी वरतों, पशुआं दी सेहत ते इंसानां दे उत्ते इस दा की असर है उस बारे गल करांगे। इस विषय च मेरे नाल चर्चा करन लई स्टूडियो विच एक्सपर्ट डॉक्टर सतपाल जी, जानवरां दे डॉक्टर ते साडे नाल दे पिंड दे दोजी काला जी मौजूद हन। सब तो पहला मैं दोनों मेहमानां नूं स्वागत करदी हां अपने स्टूडियो विच। सत श्री अकाल जी। सत श्री अकाल जी। सब तो पहला मैं डॉक्टर सतपाल जी नूं पुछना चाहांगी, ये एंटीबायोटिक अवेयरनेस वीक की है ते इस नूं क्यों मनाया जांदा हन? बहुत बहुत धन्नवाद राजवीर जी तुहाडे सवाल लई। इस हफ्ते नूं असीं हर साल नवंबर दे महीने विच मनाउंदे हां। इस विच असीं दवाइयां दी सही वरतों बारे लोकां नूं जागरूक करदे हां। मेरे ख्याल तो सानूं सारिਆਂ ਨੂੰ पता है कि ਸਾਡੇ ਆਸ-ਪਾਸ ਵਾਤਾਵਰਣ ਵਿੱਚ ਬਹੁਤ ਸਾਰੇ ਛੋਟੇ-ਛੋਟੇ ਜੀਵਾਣੂ ਜਿਨ੍ਹਾਂ ਨੂੰ ਅਸੀਂ ਸਾਇੰਸ ਦੀ ਦੁਨੀਆ ਵਿੱਚ ਮਾਈਕਰੋ ਆਰਗੈਨਿਜ਼ਮ ਕਹਿੰਦੇ ਹਾਂ, ਉਹ ਮੌਜੂਦ ਨੇ। ਪਰ ਗੱਲ ਇਹ ਹੈ ਕਿ ਇਹਨਾਂ ਨੂੰ ਇੰਨੇ ਛੋਟੇ ਜੀਵਾਣੂ ਹਨ ਜਿਨ੍ਹਾਂ ਨੂੰ ਅਸੀਂ ਆਪਣੀ ਅੱਖਾਂ ਦੇ ਨਾਲ ਨਹੀਂ ਦੇਖ ਸਕਦੇ ਤੇ ਇਹਨਾਂ ਜੀਵਾਣੂਆਂ ਵਿੱਚੋਂ ਕੁਝ ਜੀਵਾਣੂ ਸਾਨੂੰ ਬਿਮਾਰੀਆਂ ਵੀ ਕਰ ਸਕਦੇ ਹਨ ਤੇ ਜਾਨਵਰਾਂ ਨੂੰ ਵੀ ਉਹ ਬਿਮਾਰੀਆਂ ਦੇ ਸਕਦੇ ਹਨ ਅਤੇ ਇਹਨਾਂ ਬਿਮਾਰੀਆਂ ਨੂੰ ਠੀਕ ਕਰਨ ਲਈ ਅਸੀਂ ਦਵਾਈਆਂ ਦਾ ਸੇਵਨ ਕਰਦੇ ਹਾਂ। ਪਰ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਜੇਕਰ ਇਹਨਾਂ ਸਾਰੀਆਂ ਦਵਾਈਆਂ ਦਾ ਇਸਤੇਮਾਲ ਸਹੀ ਤਰ੍ਹਾਂ ਨਾ ਹੋਵੇ ਤਾਂ ਹੌਲੀ-ਹੌਲੀ ਇਹਨਾਂ ਦਵਾਈਆਂ ਦਾ ਅਸਰ ਘਟਦਾ ਜਾਵੇਗਾ ਤੇ ਜਿਹੜੇ ਇਹ ਨਿੱਕੀ ਜੀਵਾਣੂ ਹਨ ਇਹ ਦਿਨ ਬ ਦਿਨ ਹੋਰ ਢੀਠ ਜਾਣੀ ਕਿ ਰੈਜ਼ਿਸਟੈਂਟ ਹੁੰਦੇ ਜਾਣਗੇ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਅੱਛਾ ਇਨੀਸ਼ੀਏਟਿਵ ਹੈ ਤੇ ਸਾਨੂੰ ਇਸ ਬਾਰੇ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਧੰਨਵਾਦ ਡਾਕਟਰ ਜੀ। ਡਾਕਟਰ ਸਾਹਿਬਾ, ਜਿਵੇਂ ਕਿ ਅੱਜ ਦਾ ਵਿਸ਼ੇ ਦੁੱਧ ਦੇ ਨਾਲ ਸੰਬੰਧਿਤ ਹੈ, ਪ੍ਰਮੁੱਖ ਤੌਰ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਦੋਜੀ ਜਿਹੜੇ ਹੁੰਦੇ ਆ ਇਹ ਪ੍ਰਮੁੱਖ ਤੌਰ ਤੇ ਸਾਡੇ ਪਸ਼ੂਆਂ ਦੀ ਦੇਖ-ਰੇਖ ਤੇ ਸਭ ਤੋਂ ਪਹਿਲਾਂ ਰੋਲ ਅਦਾ ਕਰਦੇ ਆ। ਤੇ ਮੇਰਾ ਪਹਿਲਾ ਸਵਾਲ ਸਾਡੇ ਦੋਜੀ ਮਹਿਮਾਨ ਜਿਹੜੇ ਕਾਲਾ ਜੀ ਹੈ, ਮੈਂ ਉਹਨਾਂ ਤੋਂ ਪੁੱਛਣਾ ਚਾਹਾਂਗੀ ਕਿ ਤੁਸੀਂ ਦੁੱਧ ਦੀ ਪੌਸ਼ਟਿਕਤਾ ਬਾਰੇ ਕੀ ਜਾਣਕਾਰੀ ਦੇਣਾ ਚਾਹੋਗੇ? ਮੈਡਮ ਜੀ, ਦੁੱਧ ਤਾਂ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ। ਦੁੱਧ ਨਾਲ ਸਾਡੇ ਸਰੀਰ ਨੂੰ ਸ਼ਕਤੀ ਮਿਲਦੀ ਹੈ, ਸਾਡੇ ਸਰੀਰ ਵਿੱਚ ਤੰਦਰੁਸਤੀ ਆਉਂਦੀ ਹੈ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਦੁੱਧ ਵੇਚ ਕੇ ਅਸੀਂ ਆਪਣੀ ਕਮਾਈ ਕਰਦੇ ਹਾਂ, ਜਿਸ ਨਾਲ ਸਾਡੇ ਘਰ ਦਾ ਗੁਜ਼ਾਰਾ ਵੀ ਚੱਲਦਾ ਹੈ। ਹੁਣ ਮੈਂ ਆਪਣੇ ਐਕਸਪਰਟ ਡਾਕਟਰ ਸਤਪਾਲ ਜੀ ਨੂੰ ਪੁੱਛਣਾ ਚਾਹਾਂਗੀ ਕਿ ਦੁੱਧ ਦੀ ਮਹੱਤਤਾ ਨੂੰ ਥੋੜੇ ਹੋਰ ਵਿਸਤਾਰ ਵਿੱਚ ਦਰਸ਼ਕਾਂ ਦੇ ਮੂਹਰੇ ਪ੍ਰੈਜ਼ੈਂਟ ਕੀਤਾ ਜਾਏ। ਮੈਂ ਕਾਲਾ ਜੀ ਨਾਲ ਬਿਲਕੁਲ ਸਹਿਮਤ ਹਾਂ, ਉਹਨਾਂ ਨੇ ਬਿਲਕੁਲ ਸਹੀ ਦੱਸਿਆ। ਪਰ ਇਹਨਾਂ ਤੋਂ ਇਲਾਵਾ ਮੈਂ ਕੁਝ ਗੱਲਾਂ ਹੋਰ ਐਡ ਕਰਨੀਆਂ ਚਾਹਾਂਗੀ ਕਿ ਦੁੱਧ ਵਿੱਚ ਇਹਨਾਂ ਸਾਰੀਆਂ ਪੌਸ਼ਟਿਕ ਤੱਤਾਂ ਤੋਂ ਇਲਾਵਾ ਫਾਸਫੋਰਸ, ਵਿਟਾਮਿਨ, ਪੋਟਾਸ਼ੀਅਮ, ਪ੍ਰੋਟੀਨ ਵਰਗੇ ਤੱਤ ਵੀ ਪਾਏ ਜਾਂਦੇ ਹਨ ਅਤੇ ਦੁੱਧ ਦਾ ਸਹੀ ਸੇਵਨ ਰੋਜ਼ ਸਹੀ ਮਾਤਰਾ ਵਿੱਚ ਕਰਨ ਦੇ ਨਾਲ ਅਸੀਂ ਬਿਮਾਰੀਆਂ ਦੇ ਨਾਲ ਲੜਨ ਦੀ ਸ਼ਕਤੀ ਪਾਉਂਦੇ ਹਾਂ, ਅੱਖਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਪੋਸ਼ਣ ਪਾਉਂਦੇ ਹਾਂ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਹਮੇਸ਼ਾ ਦੁੱਧ ਪੀਣ ਨਾਲ ਸਾਡੇ ਸਰੀਰ ਤੋਂ ਦੂਰੀ ਬਣੀ ਰਹਿੰਦੀ ਹੈ। ਕਾਲਾ ਜੀ, ਮੇਰਾ ਦੂਜਾ ਸਵਾਲ ਵੀ ਤੁਹਾਡੇ ਵੱਲ ਹੈ। ਹੁਣ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਦੁੱਧ ਦੀ ਗੁਣਵੱਤਾ ਕਿਨ ਕਾਰਨਾਂ ਤੇ ਨਿਰਭਰ ਕਰਦੀ ਹੈ? ਮੈਡਮ ਜੀ, ਦੁੱਧ ਦੀ ਗੁਣਵੱਤਾ ਬਹੁਤ ਵਧੀਆ ਹੈ। ਸਾਨੂੰ ਤਾਂ ਕੋਈ ਖਰਾਬੀ ਨਜ਼ਰ ਨਹੀਂ ਆਉਂਦੀ। ਅਸੀਂ ਬਹੁਤ ਸਾਲਾਂ ਤੋਂ ਦੁੱਧ ਦਾ ਕੰਮ ਕਰਦੇ ਆ ਰਹੇ ਹਾਂ। ਸਾਡੇ ਪਰਿਵਾਰ ਵਿੱਚ ਵੀ ਦੁੱਧ ਪੀਤਾ ਜਾਂਦਾ ਹੈ, ਜਿਸ ਨਾਲ ਸਾਡੇ ਪਰਿਵਾਰ ਨੂੰ ਤਾਂ ਕਦੇ ਕੋਈ ਨੁਕਸਾਨ ਨਹੀਂ ਹੋਇਆ। ਸਾਡੀ ਕਈ ਪੁਸ਼ਤਾਂ ਇਸ ਦੁੱਧ ਦੇ ਕੰਮ ਨਾਲ ਜੁੜੀਆਂ ਹੋਈਆਂ ਹਨ। ਕਾਲਾ ਜੀ, ਮੈਂ ਫਿਰ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ, ਬਟ ਮੈਂ ਥੋੜ੍ਹਾ ਜਿਹਾ ਇਹਨੂੰ ਸਾਇੰਟੀਫਿਕ ਤੌਰ 'ਤੇ ਐਕਸਪਲੇਨ ਕਰਨਾ ਚਾਹਾਂਗੀ, ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ 3 ਚੀਜ਼ਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਮਹੱਤਵਪੂਰਨ ਇੱਥੇ ਰੋਲ ਪਲੇ ਕਰਦੀਆਂ ਹਨ। ਜਿੱਦਾਂ ਕਿ ਪਸ਼ੂ ਜਿਹੜਾ ਹੈ ਉਹ ਕਿਹੜੀ ਨਸਲ ਦਾ ਹੈ, ਉਹਦੀ ਕੀ ਉਮਰ ਹੈ ਅਤੇ ਉਹਦੀ ਸਿਹਤ ਕਿਹੋ ਜਿਹੀ ਹੈ। ਇਹ ਸਾਰੀਆਂ ਚੀਜ਼ਾਂ ਮਿਲ ਕੇ ਜਿਹੜੀਆਂ ਹੈ ਇਹ ਡਿਸਾਈਡ ਕਰਦੀਆਂ ਨੇ ਕਿ ਇੱਕ ਦੁੱਧ ਦੀ ਸ਼ਮਤਾ ਜਾਂ ਉਹਦੀ ਜਿਹੜੀ ਗੁਣਵੱਤਾ ਹੈ ਉਹ ਕਿਵੇਂ ਦੀ ਹੋਏਗੀ। ਅਤੇ ਸਿਹਤ ਜਿਹੜੀ ਹੈ ਉਹ ਖਾਸ ਕਰਕੇ 2 ਚੀਜ਼ਾਂ ਉੱਤੇ ਡਿਪੈਂਡ ਕਰਦੀ ਹੈ, ਉਹਨਾਂ ਦੇ ਰਹਿਣ ਦੀ ਜਗ੍ਹਾ, ਕਿਉਂਕਿ ਓਬਵੀਅਸ ਜੀ ਗੱਲ ਹੈ ਕਿ ਜਿੰਨੀ ਸਾਫ਼ ਜਗ੍ਹਾ 'ਤੇ ਅਸੀਂ ਆਪਣੇ ਜਾਨਵਰਾਂ ਨੂੰ ਰੱਖਾਂਗੇ ਓਨਾ ਹੀ ਉਹ ਬਿਮਾਰੀਆਂ ਤੋਂ ਦੂਰ ਰਹਿਣਗੇ ਅਤੇ ਦੂਜਾ ਅਸੀਂ ਉਹਨਾਂ ਨੂੰ ਜਿੰਨੀ ਸਾਫ਼ ਖਾਦ ਪਾਵਾਂਗੇ ਓਨਾ ਹੀ ਉਹਨਾਂ ਦੀ ਸਿਹਤ ਬਣੀ ਰਹੇਗੀ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜੇ ਪਸ਼ੂ ਬਿਮਾਰ ਹੁੰਦਾ ਹੈ ਤਾਂ ਉਹਦੇ ਦੁੱਧ ਬਣਾਉਣ ਦੀ ਸ਼ਮਤਾ ਘੱਟ ਜਾਂਦੀ ਹੈ। ਜਿੱਦਾਂ ਕਿ ਡਾਕਟਰ ਸਾਹਿਬਾ ਨੇ ਦੱਸਿਆ, ਪਸ਼ੂਆਂ ਦੀ ਸਿਹਤ ਦਾ ਸਿੱਧਾ ਅਸਰ ਦੁੱਧ ਦੀ ਗੁਣਵੱਤਾ ਤੇ ਹੁੰਦਾ ਹੈ। ਤੇ ਕਾਲਾ ਜੀ, ਜਦ ਤੁਹਾਡੇ ਪਸ਼ੂ ਬਿਮਾਰ ਹੁੰਦੇ ਹਨ ਤੁਸੀਂ ਕੀ ਤਰੀਕਾ ਅਪਣਾਉਂਦੇ ਹੋ? ਮੈਡਮ ਜੀ, ਜਦੋਂ ਸਾਡੇ ਪਸ਼ੂ ਬਿਮਾਰ ਹੋ ਜਾਂਦੇ ਹਨ ਤਾਂ ਅਸੀਂ ਆਪਣੇ ਪੁਰਾਣੇ ਅਤੇ ਘਰੇਲੂ ਤਰੀਕੇ ਵਰਤਦੇ ਹਾਂ। ਜੇਕਰ ਉਹ ਫਿਰ ਵੀ ਠੀਕ ਨਹੀਂ ਹੁੰਦੇ ਤਾਂ ਅਸੀਂ ਦੁਕਾਨ ਤੋਂ ਦਵਾਈ
ਜਾਂ ਟੀਕੇ ਖਰੀਦ ਲੈਂਦੇ ਹਾਂ ਅਤੇ ਆਪਣੇ ਪਸ਼ੂਆਂ ਨੂੰ ਲਗਾ ਦਿੰਦੇ ਹਾਂ, ਜਿਸ ਨਾਲ ਉਹ ਠੀਕ ਹੋ ਜਾਂਦੇ ਹਨ। ਰਾਜਵੀਰ ਜੀ, ਮੈਂ ਇੱਥੇ ਕਾਲਾ ਜੀ ਨੂੰ ਰੋਕਣਾ ਚਾਹਾਂਗੀ ਤੇ ਮੈਂ ਆਪਣਾ ਦੁੱਖ ਸਾਂਝਾ ਕਰਨਾ ਚਾਹਾਂਗੀ ਕਿ ਬਹੁਤ ਹੈਰਾਨੀ ਦੀ ਗੱਲ ਹੈ ਕਿ ਅੱਜ ਵੀ ਲੋਕ ਉਹੀ ਪੁਰਾਣੀ ਗੱਲਾਂ ਤੇ ਵਿਸ਼ਵਾਸ ਕਰਦੇ ਹਨ। ਜਿਹੜੇ ਸਾਡੇ ਜਾਨਵਰ ਨੇ ਨਾ, ਉਹ ਬੇਜ਼ੁਬਾਨ ਨੇ ਤੇ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਇੱਥੇ ਇੱਕ ਦੋਜੀ ਦੀ ਬਣਦੀ ਹੈ, ਜਿਹੜੇ ਸਭ ਤੋਂ ਪਹਿਲਾਂ ਉਹਨਾਂ ਨਾਲ ਇੰਟਰੈਕਟ ਕਰਦੇ ਨੇ ਤੇ ਉਹਨਾਂ ਦੀ ਦੇਖ ਰੇਖ ਕਰਦੇ ਨੇ। ਤੇ ਮੈਂ ਸਮਝਦੀ ਹਾਂ ਕਿ ਉਹਨਾਂ ਦਾ ਜਾਗਰੂਕ ਹੋਣਾ ਬਹੁਤ ਬਹੁਤ ਜ਼ਿਆਦਾ ਆਵਸ਼ਕ ਹੈ। ਤੇ ਮੈਂ ਇੱਥੇ 3 ਗੱਲਾਂ ਸਾਂਝੀਆਂ ਕਰਨੀ ਚਾਹਾਂਗੀ। ਸਭ ਤੋਂ ਪਹਿਲੀ, ਸਾਨੂੰ ਕਦੇ ਵੀ ਡਾਕਟਰ ਦੀ ਸਲਾਹ ਤੋਂ ਬਿਨਾਂ ਆਪਣੇ ਪਸ਼ੂ ਨੂੰ ਦਵਾਈ ਨਹੀਂ ਦੇਣੀ ਚਾਹੀਦੀ। ਕੀ ਬੋਲੀ ਜਾਂਦੇ ਹੋ ਡਾਕਟਰ ਸਾਹਿਬ? ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਸਾਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ। ਸਾਡੇ ਪਸ਼ੂ ਤਾਂ ਬਿਮਾਰ ਹੀ ਨਹੀਂ ਹੁੰਦੇ, ਕਿਉਂਕਿ ਅਸੀਂ ਆਪਣੇ ਪਸ਼ੂਆਂ ਨੂੰ ਖਾਦ ਵਿੱਚ ਇੱਕ ਪੁੜੀ ਮਿਲਾ ਕੇ ਦਿੰਦੇ ਹਾਂ, ਜਿਸ ਕਰਕੇ ਉਹਨਾਂ ਨੂੰ ਕੋਈ ਬਿਮਾਰੀ ਲੱਗਦੀ ਹੀ ਨਹੀਂ। ਕਾਲਾ ਜੀ, ਮੈਨੂੰ ਇੱਕ ਗੱਲ ਦੱਸੋ, ਪਿਛਲੇ ਹਫਤੇ ਭੋਲਾ ਜੀ, ਉਹਨਾਂ ਦੀ ਮੱਝ ਜਿਹੜੇ ਤੁਹਾਡੇ ਲਾਗਲੇ ਪਿੰਡ 'ਚ ਰਹਿੰਦੇ ਨੇ, ਉਹਨਾਂ ਦਾ ਕਿੱਸਾ ਤਾਂ ਤੁਹਾਨੂੰ ਯਾਦ ਹੋਊਗਾ ਹੀ। ਹਾਂਜੀ ਡਾਕਟਰ ਸਾਹਿਬ, ਯਾਦ ਹੈ। ਮੈਨੂੰ ਭੋਲੇ ਦੀ ਮੱਝ ਬਾਰੇ ਸਾਰਾ ਪਤਾ ਹੈ ਕਿ ਡਾਕਟਰਾਂ ਕੋਲੋਂ ਕੋਈ ਇਲਾਜ ਨਹੀਂ ਕਰ ਸਕੇ, ਜਿਸ ਕਰਕੇ ਉਸ ਗਰੀਬ ਦੀ ਮੱਝ ਮਰ ਗਈ। ਇਹ ਗੱਲ ਤਾਂ ਸਾਰਿਆਂ ਨੂੰ ਦਿਖ ਰਹੀ ਹੈ, ਪਰ ਗੱਲ ਇੱਦਾਂ ਹੈ ਕਾਲਾ ਜੀ ਕਿ ਇੱਕੋ ਬਿਮਾਰੀ ਦੇ ਅਲੱਗ-ਅਲੱਗ ਕਾਰਨ ਹੋ ਸਕਦੇ ਹਨ। ਇਹਦਾ ਮਤਲਬ ਇਹ ਹੈ ਕਿ ਜ਼ਰੂਰੀ ਨਹੀਂ ਘਰ ਪਈ ਦਵਾਈ ਹਰ ਬਿਮਾਰੀ ਦੇ ਇਲਾਜ ਵਿੱਚ ਕੰਮ ਆ ਜਾਏਗੀ। ਪਰ ਇੱਥੇ ਸਭ ਤੋਂ ਵੱਡੀ ਗਲਤੀ ਭੋਲਾ ਜੀ ਦੀ ਇਹ ਸੀ ਕਿ ਉਹਨਾਂ ਨੇ ਬਿਨਾਂ ਕਿਸੇ ਦੀ ਸਲਾਹ ਲਏ, ਬਿਨਾਂ ਡਾਕਟਰ ਨੂੰ ਮਿਲੇ, ਘਰ ਵਿੱਚ ਪਈ ਹੋਈ ਪੁਰਾਣੀ ਦਵਾਈ ਨਾਲ ਹੀ ਉਸ ਮੱਝ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਦੋਂ 2 ਹਫ਼ਤੇ ਬਾਅਦ ਉਹਦੀ ਹਾਲਤ ਬਹੁਤ ਜ਼ਿਆਦਾ ਵਿਗੜ ਗਈ, ਉਦੋਂ ਉਸਨੂੰ ਉਹ ਹਸਪਤਾਲ ਲੈ ਕੇ ਆਏ। ਬਟ ਬਹੁਤ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਤੇ ਡਾਕਟਰ ਸਾਹਿਬਾ, ਸਾਨੂੰ ਹੋਰ ਕਿਹੜੀ ਇਹਤਿਆਤ ਵਰਤਣੀ ਚਾਹੀਦੀ ਹੈ? ਦੂਜਾ ਖਾਸ ਇਹਤਿਆਤ ਇੱਥੇ ਮੈਂ ਦੱਸਣਾ ਚਾਹਾਂਗੀ ਕਿ ਜਦ ਵੀ ਅਸੀਂ ਦਵਾਈਆਂ ਲਈਏ ਜਾਂ ਡਾਕਟਰ ਤੋਂ ਅਸੀਂ ਸਲਾਹ ਲਈਏ ਤਾਂ ਉਸ ਦੀ ਖੁਰਾਕ ਪੂਰੀ ਕਰਨਾ ਦੋਜੀ ਦੀ ਜ਼ਿੰਮੇਵਾਰੀ ਬਣਦੀ ਹੈ। ਅਤੇ ਤੀਜੀ ਆਖਰੀ ਪ੍ਰਮੁੱਖ ਸਲਾਹ ਇੱਥੇ ਇਹ ਹੈ ਕਿ ਜਿੰਨੇ ਸਮੇਂ ਲਈ ਪਸ਼ੂਆਂ ਨੂੰ ਦਵਾਈ ਦਾ ਸੇਵਨ ਕਰਵਾਇਆ ਜਾਂਦਾ ਹੈ, ਉਸ ਤੋਂ 2 ਹਫ਼ਤੇ ਤੱਕ, ਯਾਨੀ ਕਿ 14 ਦਿਨਾਂ ਤੱਕ ਉਸ ਦੀ ਦੁੱਧ ਦੀ ਵਰਤੋਂ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ। ਡਾਕਟਰ ਸਾਹਿਬ, ਤੁਸੀਂ ਕੀ ਗੱਲਾਂ ਕਰਦੇ ਹੋ? ਜੇਕਰ ਅਸੀਂ 2 ਹਫ਼ਤੇ ਦੁੱਧ ਨਹੀਂ ਵੇਚਾਂਗੇ ਤਾਂ ਸਾਡਾ ਕਾਰੋਬਾਰ ਕਿਵੇਂ ਚੱਲੇਗਾ? ਅਸੀਂ ਤਾਂ ਖਤਮ ਹੋ ਜਾਵਾਂਗੇ। ਇਹ ਤਾਂ ਉਹ ਗੱਲ ਹੋਈ ਕਿ ਜੇਕਰ ਘੋੜਾ ਘਾਹ ਨਾਲ ਦੋਸਤੀ ਕਰੇਗਾ ਤਾਂ ਖਾਵੇਗਾ ਕੀ? ਕਿਉਂ ਡਾਕਟਰ ਸਾਹਿਬਾ, ਇਹ ਗੱਲ ਤਾਂ ਮੈਨੂੰ ਵੀ ਨਹੀਂ ਸਮਝ ਆਈ 14 ਦਿਨ ਵਾਲੇ। ਤੁਸੀਂ ਇਸ ਗੱਲ 'ਚ ਥੋੜਾ ਹੋਰ ਚਾਨਣਾ ਪਾਓਗੇ? ਸਾਡੇ ਸਰੋਤਾਗਣਾਂ ਨੂੰ ਥੋੜਾ ਹੋਰ ਵਿਸਤਾਰ ਵਿੱਚ ਇਸ ਗੱਲ ਨੂੰ ਸਮਝਾਓਗੇ? ਜੀ ਰਾਜਵੀਰ ਜੀ, ਬਿਲਕੁਲ। ਜਿੱਦਾਂ ਕਿ ਕਾਲਾ ਜੀ ਨੇ ਕਿਹਾ ਸੀ ਥੋੜੀ ਦੇਰ ਪਹਿਲਾਂ ਕਿ ਉਹ ਆਪਣੇ ਜਾਨਵਰਾਂ ਨੂੰ ਜਾਂ ਆਪਣੇ ਪਸ਼ੂਆਂ ਨੂੰ ਪੂੜੀ ਖਵਾ ਦਿੰਦੇ ਹਨ, ਬਟ ਅਣਜਾਣੇ ਵਿੱਚ ਉਹ ਉਹਨਾਂ ਨੂੰ ਸਿਰਫ ਦਵਾਈਆਂ ਹੀ ਖਵਾ ਰਹੇ ਹਨ, ਕਿਉਂਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਪੂੜੀਆਂ ਵਿੱਚ ਥੋੜੀ ਡੋਜ਼ ਵਿੱਚ ਜਿਹੜੀ ਹੈ ਦਵਾਈਆਂ ਮਿਲਾਈਆਂ ਹੁੰਦੀਆਂ ਹਨ। ਤੇ ਜਦੋਂ ਇਹ ਦਵਾਈਆਂ ਅਸੀਂ ਰੋਜ਼ਮर्रा ਦੀ ਡਿਊਰੇਸ਼ਨ ਵਿੱਚ ਅਸੀਂ ਆਪਣੇ ਜਾਨਵਰਾਂ ਨੂੰ ਜਾਂ ਪਸ਼ੂਆਂ ਨੂੰ ਦਿੰਦੇ ਰਹਿੰਦੇ ਹਾਂ ਤਾਂ ਉਹਨਾਂ ਦੀ ਪਾਚਨ ਸ਼ਕਤੀ ਇੰਨੀ ਤਾਕਤਵਰ ਨਹੀਂ ਹੁੰਦੀ ਕਿ ਉਹ ਸਾਰੀ ਦਵਾਈਆਂ ਨੂੰ ਆਪਣੇ ਸਿਸਟਮ ਵਿੱਚੋਂ ਬਾਹਰ ਕੱਢ ਸਕਣ। ਤੇ ਇਹ ਦਵਾਈਆਂ ਜਾ ਕੇ ਦੁੱਧ ਵਿੱਚ, ਮਾਸ ਵਿੱਚ ਮਿਲ ਜਾਂਦੀਆਂ ਹਨ। ਤੇ ਜਦੋਂ ਅਸੀਂ ਇਨਸਾਨ ਉਹਨਾਂ ਦਾ ਸੇਵਨ ਕਰਦੇ ਹਾਂ ਤੇ ਇਹ ਦਵਾਈਆਂ ਸਾਡੇ ਸਰੀਰ ਵਿੱਚ ਵੀ ਆ ਜਾਂਦੀਆਂ ਹਨ। ਤੇ ਜਿੱਦਾਂ ਕਿ ਮੈਂ ਸ਼ੁਰੂ 'ਚ ਤੁਹਾਨੂੰ ਦੱਸਿਆ ਸੀ ਕਿ ਜੇ ਅਸੀਂ ਹੌਲੀ-ਹੌਲੀ ਜਾਂ ਰੋਜ਼ਮर्रा ਦੇ ਟਾਈਮ ਤੇ ਇਹਨਾਂ ਦਵਾਈਆਂ ਦਾ ਸੇਵਨ ਡਾਇਰੈਕਟਲੀ ਕਹਿ ਲਓ ਜਾਂ ਇਨਡਾਇਰੈਕਟਲੀ ਕਰਦੇ ਰਵਾਂਗੇ ਤਾਂ ਜਿਹੜੇ ਉਹ ਛੋਟੇ ਜੀਵਾਣੂ ਨੇ ਉਹ ਹੋਰ ਖਤਰਨਾਕ ਹੁੰਦੇ ਜਾਣਗੇ। ਮੈਡਮ ਜੀ, ਇਹਨਾਂ ਖਤਰਨਾਕ ਜੀਵਾਣੂਆਂ ਲਈ ਕੋਈ ਦਵਾਈ ਨਹੀਂ ਲੈ ਸਕਦੇ ਆਪਾਂ? ਦੇਖੋ ਜੀ, ਇਹ ਸਵਾਲ ਦਾ ਸਹੀ ਜਵਾਬ ਦੇਣਾ ਇਸ ਮੌਕੇ ਤੇ ਤਾਂ ਮੇਰੇ ਕੋਲ ਪੋਸੀਬਲ ਨਹੀਂ ਹੈ। ਦਵਾਈਆਂ ਮਾਰਕੀਟ 'ਚ ਹੈਗੀਆਂ ਨੇ, ਬਟ ਜਿੱਦਾਂ ਕਿ ਮੈਂ ਪਹਿਲਾਂ ਕਿਹਾ ਕਿ ਜਦੋਂ ਇਹ ਜਾਨਵਰ ਖਤਰਨਾਕ ਜਾਂ ਜਦੋਂ ਇਹ ਜੀਵਾਣੂ ਖਤਰਨਾਕ ਬਣਦੇ ਜਾਣਗੇ ਤਾਂ ਸਾਡੀ ਦਵਾਈਆਂ ਦੀ ਸ਼ਮਤਾ ਘਟਦੀ ਜਾਊਗੀ, ਕਿਉਂਕਿ ਉਹ ਜੀਵਾਣੂ ਇੰਨੇ ਸਟਰੋਂਗ ਜਾਂ ਇੰਨੇ ਹਿੰਮਤਵਰ ਹੁੰਦੇ ਜਾ ਰਹੇ ਨੇ ਕਿ ਉਹ ਸਾਨੂੰ ਬਿਮਾਰੀਆਂ ਕਰਦੇ ਜਾਣਗੇ, ਉਹ ਭਾਵੇਂ ਅਸੀਂ ਹੋਈਏ ਜਾਂ ਭਾਵੇਂ ਜਾਨਵਰ ਹੋਣ। ਤੇ ਦੂਜੀ ਪ੍ਰਮੁੱਖ ਗੱਲ ਇੱਥੇ ਇਹ ਹੈ ਕਿ ਜਦੋਂ ਵੀ ਕੋਈ ਦਵਾਈ ਮਾਰਕੀਟ ਵਿੱਚ ਆਉਂਦੀ ਹੈ ਉਹਦੇ ਪਿੱਛੇ ਬਹੁਤ ਜ਼ਿਆਦਾ ਪੈਸੇ ਦੀ ਵਰਤੋਂ ਕੀਤੀ ਜਾਂਦੀ ਹੈ। ਮੇਰੇ ਖਿਆਲ ਤੋਂ ਅੱਜ ਦੇ ਟਾਈਮ ਤੇ ਸਾਰਿਆਂ ਨੂੰ ਪਤਾ ਹੈ ਕਿ ਪੂਰਾ ਵਿਸ਼ਵ ਜਿਹੜਾ ਹੈ ਉਹ ਕੋਵਿਡ-19 ਦੇ ਨਾਲ ਲੜ ਰਿਹਾ ਹੈ, ਪਰ 1 ਸਾਲ ਬਾਅਦ ਵੀ ਅਸੀਂ ਦਵਾਈ ਨਹੀਂ ਬਣਾ ਪਾਏ। ਤਾਂ ਤੁਸੀਂ ਸਮਝ ਸਕਦੇ ਹੋ ਕਿ ਇੱਕ ਦਵਾਈ ਨੂੰ ਮਾਰਕੀਟ ਵਿੱਚ ਲੈ ਕੇ ਆਉਣਾ, ਟਰਾਇਲਸ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ। ਹਾਂਜੀ ਕਾਲਾ ਜੀ, ਤੁਸੀਂ ਬਹੁਤ ਭਾਵੁਕ ਲੱਗ ਰਹੇ ਹੋ ਮੈਨੂੰ ਡਾਕਟਰ ਸਾਹਿਬਾਂ ਦੀ ਗੱਲਾਂ ਸੁਣ ਕੇ। ਹਾਂਜੀ ਡਾਕਟਰ ਸਾਹਿਬਾ, ਸਾਨੂੰ ਪਤਾ ਨਹੀਂ ਸੀ ਕਿ ਅਸੀਂ ਦੁੱਧ ਦੀ ਜਗ੍ਹਾ ਜ਼ਹਿਰ ਪਿਲਾ ਰਹੇ ਹਾਂ ਅਤੇ ਅਸੀਂ ਆਪਣੇ ਬੱਚਿਆਂ ਦੀ ਸਿਹਤ ਨਾਲ ਵੀ ਖਿਲਵਾੜ ਕਰ ਰਹੇ ਹਾਂ। ਤੁਸੀਂ ਤਾਂ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ। ਅਸੀਂ ਤੁਹਾਡੇ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ। ਕਾਲਾ ਜੀ, ਤੁਸੀਂ ਇੰਨੀ ਗੱਲ ਕਹਿਤੀ, ਇਹੀ ਬਹੁਤ ਵੱਡੀ ਗੱਲ ਹੈ। ਉਹ ਕਹਿੰਦੇ ਨੇ ਨਾ ਕਿ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ।
ਮੈਂ ਸਾਰਿਆਂ ਨੂੰ ਸਿਰਫ ਇੰਨਾ ਹੀ ਕਹਿਣਾ ਚਾਹਾਂਗੀ ਕਿ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦਾ ਜੇ ਅਸੀਂ ਪਾਲਣ ਕਰੀਏ ਤਾਂ ਅੱਜ ਵੀ ਬਹੁਤ ਦੇਰ ਨਹੀਂ ਹੋਈ ਹੈ ਤੇ ਅਸੀਂ ਆਪਣੇ ਜਾਨਵਰ ਦੀ ਸਿਹਤ ਨੂੰ ਤੇ ਆਪਣੀ ਸਿਹਤ ਨੂੰ ਬਚਾ ਸਕਦੇ ਹਾਂ। ਸਿਰਫ 2-3 ਪ੍ਰਮੁੱਖ ਗੱਲਾਂ ਨੇ ਜਿਹਦਾ ਹਮੇਸ਼ਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਦੁੱਧ ਨੂੰ ਜਦੋਂ ਵੀ ਪੀਓ ਉਸ ਤੋਂ ਪਹਿਲਾਂ ਚੰਗੀ ਤਰ੍ਹਾਂ ਉਬਾਲ ਲਓ ਤੇ ਪਸ਼ੂਆਂ ਨੂੰ ਹਮੇਸ਼ਾ ਸਾਫ਼ ਥਾਂ ਤੇ ਰੱਖੋ ਤੇ ਸਾਫ਼ ਚਾਰਾ ਦਿਓ, ਕਿਉਂਕਿ ਜੇ ਉਹਨਾਂ ਦੀ ਸਿਹਤ ਠੀਕ ਰਹੂਗੀ ਤਾਂ ਸਾਨੂੰ ਦਵਾਈਆਂ ਦੀ ਲੋੜ ਨਹੀਂ ਪਊਗੀ ਤੇ ਜੇ ਦਵਾਈਆਂ ਦੀ ਲੋੜ ਨਹੀਂ ਪਊਗੀ ਤਾਂ ਦੁੱਧ ਵੀ ਪੌਸ਼ਟਿਕ ਹੋਊਗਾ ਤੇ ਅਸੀਂ ਵੀ ਪੌਸ਼ਟਿਕ ਹੋਵਾਂਗੇ ਤੇ ਸਾਡਾ ਸਮਾਜ ਵੀ ਪੌਸ਼ਟਿਕ ਹੋਊਗਾ। ਤੇ ਆਖਰੀ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਮੈਂ ਇੱਥੇ ਜਿੱਤੇ ਜ਼ਿਆਦਾ ਫੋਕਸ ਚਾਹਾਂਗੀ ਦਰਸ਼ਕਾਂ ਦਾ, ਉਹ ਇਹ ਹੈ ਕਿ ਡਾਕਟਰ ਦੀ ਸਲਾਹ ਤੋਂ ਬਿਨਾਂ ਸਾਨੂੰ ਕਦੀ ਕੋਈ ਦਵਾਈ ਨਹੀਂ ਲੈਣੀ ਚਾਹੀਦੀ, ਨਾ ਹੀ ਇਨਸਾਨਾਂ ਨੂੰ ਤੇ ਨਾ ਹੀ ਜਾਨਵਰਾਂ ਨੂੰ। ਤੇ ਜਦੋਂ ਵੀ ਕੋਈ ਜਾਨਵਰ ਜਾਂ ਕੋਈ ਪਸ਼ੂ ਜਿਹੜਾ ਹੈ ਉਹ ਦਵਾਈਆਂ ਦਾ ਸੇਵਨ ਕਰ ਰਿਹਾ ਹੈ ਤਾਂ ਘੱਟੋ ਘੱਟ 2 ਹਫ਼ਤੇ 14 ਦਿਨਾਂ ਤੋਂ ਬਾਅਦ ਹੀ ਉਸ ਦਾ ਦੁੱਧ ਇਸਤੇਮਾਲ ਕੀਤਾ ਜਾਵੇ। ਆਖਿਰ ਵਿੱਚ ਮੈਂ ਤੁਹਾਡੇ ਦੋਨਾਂ ਮਹਿਮਾਨਾਂ ਦਾ ਧੰਨਵਾਦ ਕਰਨਾ ਚਾਹੂੰਗੀ ਕਿ ਤੁਸੀਂ ਦੋਨੋਂ ਅੱਜ ਸਾਡੇ ਰੇਡੀਓ ਚਿਤਕਾਰਾ FM 107.8 ਵਿੱਚ ਆਏ ਤੇ ਸਾਰੇ ਸ਼ਰੋਤਾਗਣਾਂ ਨੂੰ ਜਾਗਰੂਕ ਕੀਤਾ ਇਸ ਐਂਟੀਬਾਇਓਟਿਕ ਅਵੇਅਰਨੈਸ ਵੀਕ ਬਾਰੇ। ਤੇ ਆਖਿਰ ਵਿੱਚ ਮੈਂ ਡਾਕਟਰ ਸਾਹਿਬਾ ਤੁਹਾਨੂੰ ਪੁੱਛਣਾ ਚਾਹੂੰਗੀ, ਤੁਸੀਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਸਾਡੇ ਸ਼ਰੋਤਾਗਣਾਂ ਨੂੰ? ਸਭ ਤੋਂ ਪਹਿਲਾਂ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹਾਂਗੀ ਚਿਤਕਾਰਾ ਯੂਨੀਵਰਸਿਟੀ ਦਾ, ਕਾਲਾ ਜੀ ਦਾ ਤੇ ਰਾਜਵੀਰ ਜੀ ਤੁਹਾਡਾ ਕਿ ਤੁਸੀਂ ਸਾਨੂੰ ਇੱਥੇ ਬੁਲਾਇਆ। ਤੇ ਮੈਂ ਬਹੁਤ ਗਰਵ ਮਹਿਸੂਸ ਕਰਦੀ ਹਾਂ ਇਹਦੀ ਯੂਨੀਵਰਸਿਟੀ ਦੇ ਨਾਲ ਜੁੜਨ ਵਿੱਚ, ਜਿਹੜੀ ਆਲਰੇਡੀ ਇਸ ਇੰਪੋਰਟੈਂਟ ਵਿਸ਼ੇ ਦੇ ਉੱਤੇ ਕੰਮ ਕਰ ਰਹੀ ਹੈ ਆਪਣੇ ਪ੍ਰੋਜੈਕਟ ਪ੍ਰੀਵੈਂਟਿਡ ਦੇ